ਰਿਐਕਸ਼ਨ ਸੀਗਾ ਜਦੋਂ ਤੁਸੀਂ ਉੱਥੇ ਪਹਿਲੀ ਵਾਰੀ ਕਲਾਸ ਲੈਣੀ ਸ਼ੁਰੂ ਕੀਤੀ? ਸਾਡੇ ਘਰ ਦਾ ਕੂੜਾ ਹੁੰਦਾ ਨਾ, ਰਾਤੀ ਅਸੀਂ ਕੀਤਾ, ਸਵੇਰੇ ਸਾਡੀ ਕੋਈ ਚੀਜ਼ ਲੱਭਣੀ ਹੋਏ ਅਸੀਂ ਆਪਣੇ ਘਰ ਦੇ ਕੂੜੇ ਦੇ ਵਿੱਚੋਂ ਹੱਥ ਪਾਣਾ ਨਹੀਂ ਚਾਹੁੰਦੇ। ਤੇ ਸਭ ਤੋਂ ਵੱਡੀ ਗੱਲ ਜਦੋਂ ਕਲਾਸ ਦੀ ਗੱਲ ਕਰਾਂ, ਕਹਿੰਦੇ ਜੀ ਸਮਾਰਟ ਕਲਾਸਰੂਮ ਚਾਹੀਦੇ ਆ। ਜਥੇਦਾਰ ਪ੍ਰੀਤਮ ਸਿੰਘ ਜੀ ਨੂੰ ਮੈਂ ਅਪਰੋਚ ਕੀਤਾ ਔਰ ਉਹਨਾਂ ਨੇ ਫੋਨ ਦੇ ਉੱਤੇ ਹੀ ਹੱਸ ਕੇ ਮੈਨੂੰ ਉਹ 4 ਕਮਰੇ ਵੱਡੇ ਵੱਡੇ ਦੇ ਦਿੱਤੇ। ਅਸੀਂ ਸਿੱਖਿਆ ਦੇ ਢਾਂਚੇ ਨੂੰ ਲੈ ਕੇ ਅੱਜ ਆਪਣੇ ਦੇਸ਼ ਦੇ ਵਿੱਚ ਜਾਂ ਆਪਣੇ ਸੂਬੇ ਦੇ ਵਿੱਚ ਇਸ ਥਾਂ ਤੇ ਖੜੇ ਹਾਂ। 3-4 ਉਹ ਛੋਟੇ ਹਾਥੀ ਲੈ ਕੇ ਆਏ, ਭਰ ਕੇ ਸਾਰਾ ਸਮਾਨ ਲਿਆ। ਹਾਂਜੀ, ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ। ਹਾਂਜੀ, ਪੰਜਾਬ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਦੇ ਲਈ, ਜਿਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਹੱਕੇ ਬੱਕੇ ਰਹਿ ਗਏ ਕਿ ਸਾਡੇ ਸ਼ਹਿਰ ਜਲੰਧਰ ਦੇ ਵਿੱਚ ਇੱਕ ਇੱਦਾਂ ਦੀ ਸ਼ਖਸੀਅਤ ਹੈ ਜਿਹਦੇ ਤੋਂ ਅਸੀਂ ਹੀ ਅਣਜਾਣ ਹਾਂ। ਜਦੋਂ ਸਮਾਜ ਦੀ ਗੱਲ ਕਰਦੇ ਹਾਂ, ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਜਦੋਂ ਬੱਚਿਆਂ ਨੂੰ ਉਹਨਾਂ ਦੇ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਕਰਦੇ ਹਾਂ, ਤੇ ਫਿਰ ਉਹਨਾਂ ਦਾ ਨਾਂ ਅਸੀਂ ਕਿੱਦਾਂ ਭੁੱਲ ਗਏ। ਗੱਲ ਅਸੀਂ ਕਰ ਲੱਗੇ ਹਾਂ HMV ਕਾਲਜ ਤੋਂ ਰਿਟਾਇਰਡ ਹੋਏ ਪ੍ਰੋਫੈਸਰ ਕਵਿਤਾ ਵਿਜ ਦੀ। ਕਵਿਤਾ ਵਿਜ ਜੀ ਬਾਰੇ ਦੱਸ ਦਈਏ ਕਿ ਉਹਨਾਂ ਨੇ ਕਿਹੋ ਜਿਹਾ ਕਾਫਲਾ ਸਿੱਖਿਆ ਦੇ ਖੇਤਰ ਦੇ ਵਿੱਚ ਤਿਆਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਰਾਹ ਦਸੇਰਾ ਉਹਨਾਂ ਦੇ ਬਣੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਾਨਣ ਫੈਲਾਇਆ ਤੇ ਹੁਣ ਤੱਕ ਫੈਲਾ ਰਹੇ ਨੇ, ਜਿਹੜੇ ਬੱਚਿਆਂ ਦੇ ਵੱਲ ਸ਼ਾਇਦ ਅਸੀਂ ਤੁਸੀਂ ਦੇਖਣਾ ਵੀ ਜ਼ਰੂਰੀ ਨਹੀਂ ਸਮਝਦੇ। HMV ਕਾਲਜ ਵਿੱਚ ਪੜ੍ਹਾਉਂਦੇ ਜਦੋਂ ਫਿਲਾਸਫੀ ਦੇ ਉੱਤੇ ਲੈਕਚਰਰ ਰਹੇ ਤੇ ਉਹਨਾਂ ਨੇ ਦੇਖਿਆ ਕਿ ਇਸ ਸੜਕ ਦੇ ਉੱਪਰੋਂ ਗੁਜ਼ਰਦੇ ਆ, ਇੱਕ ਸੜਕ ਸੀ 120 ਫੁੱਟੀ ਰੋਡ, ਉੱਥੋਂ ਜਦੋਂ ਗੁਜ਼ਰੇ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਕੁਝ ਬੱਚਿਆਂ ਦੇ ਹਾਲਾਤ ਜ਼ਿਆਦਾ ਵਧੀਆ ਨਹੀਂ ਹੈਗੇ, ਪਰ ਉਹ ਬਦਲੇ ਕਿਵੇਂ ਜਾਣ, ਇਹਨਾਂ ਬੱਚਿਆਂ ਦਾ ਜੀਵਨ ਪੱਧਰ ਕਿੱਦਾਂ ਉੱਚਾ ਚੱਕਿਆ ਜਾਵੇ। ਸੋ ਕਿਸੇ ਨੂੰ ਕਹਿਣ ਦੀ ਬਜਾਏ, ਕਿਸੇ ਦਾ ਮਿਹਨਤ ਤਰਲਾ ਕਰਨ ਦੀ ਬਜਾਏ ਜਾਂ ਕਿਸੇ ਤੋਂ ਮਦਦ ਮੰਗਣ ਦੀ ਬਜਾਏ ਉਹਨਾਂ ਨੇ ਪਹਿਲੀ ਵਾਰੀ ਤਾਂ ਬੱਚਿਆਂ ਨੂੰ ਇਹ ਕਿਹਾ ਕਿ ਬੇਟਾ ਪੜ੍ਹਿਆ ਕਰੋ, ਪਰ ਮੁੜ ਕੇ ਇਹ ਵੀ ਪਤਾ ਲੱਗ ਗਿਆ ਕਿ ਪੜ੍ਹਨਗੇ ਕਿਵੇਂ, ਨਾ ਤਾਂ ਸਹੂਲਤਾਂ ਨੇ ਤੇ ਨਾ ਉਹਨਾਂ ਨੂੰ ਜਾਗਰੂਕਤਾ ਹੈ। ਸੋ ਬੀੜਾ ਚੁੱਕਿਆ, ਰਿਟਾਇਰ ਹੋਏ 2013 ਦੇ ਵਿੱਚ। ਉਸ ਤੋਂ ਬਾਅਦ ਸਾਥ ਬਣਿਆ ਇੱਕ ਚਾਦਰ ਦਾ, ਕੁਝ ਪੈਨਸਲਾਂ ਦਾ ਤੇ ਕਾਪੀਆਂ ਦਾ, ਤੇ ਲੈ ਕੇ ਪਹੁੰਚ ਗਏ ਉਸ ਸੜਕ ਦੇ ਉੱਤੇ ਜਿੱਤੇ ਸ਼ਾਇਦ ਤੁਰਨਾ ਵੀ ਮੁਹਾਲ ਸੀ। ਤੇ ਉੱਥੇ ਇੱਕ ਸਫ਼ਰ ਸ਼ੁਰੂ ਹੋਇਆ, ਸਿੱਖਿਆ ਦਾ ਸਫ਼ਰ ਸ਼ੁਰੂ ਹੋਇਆ, ਸਮਾਜ ਦੇ ਵਿੱਚ ਚਾਨਣ ਫੈਲਾਉਣ ਦਾ। ਤੇ ਉਹ ਚਾਨਣ ਦਾ ਸਫ਼ਰ ਫੈਲਾਉਂਦੇ ਫੈਲਾਉਂਦੇ ਇੱਕ ਅੱਜ ਆਧੁਨਿਕ ਸਮਾਰਟ ਸਕੂਲ ਦੇ ਵਿੱਚ ਉਹ ਬਦਲ ਚੁੱਕਾ ਹੈ। ਤੇ ਨਾਲ ਦੀ ਨਾਲ ਕਵਿਤਾ ਵਿਜ ਜੀ ਦੀ ਜਦੋਂ ਗੱਲ ਕਰਦੇ ਹਾਂ, ਇੱਕ ਕਾਫਲੇ ਨੂੰ ਤਿਆਰ ਕੀਤਾ, ਹੋਰ ਅੱਗੇ ਵਧੇ, ਅਗਲੇ ਬੱਚਿਆਂ ਨੂੰ ਫੜਿਆ, ਉਹਨਾਂ ਨੂੰ ਸਿਖਾਇਆ, ਜਾਗਰੂਕ ਕੀਤਾ, ਉਹਨਾਂ ਲਈ ਸਾਧਨ ਜਟਾਏ ਤੇ ਹੋਰ ਅੱਗੇ ਵਧਦੇ ਗਏ। ਉਹਨਾਂ ਨੇ ਕਦੇ ਵੀ ਪਿੱਛਾ ਮੁੜ ਕੇ ਨਹੀਂ ਦੇਖਿਆ, ਕੋਸ਼ਿਸ਼ ਕੀਤੀ ਜਿਸ ਤਬਕੇ ਤੱਕ ਵੀ ਪਹੁੰਚਿਆ ਜਾ ਸਕਦਾ ਪਹੁੰਚਿਆ ਜਾਵੇ। ਔਰ ਖਾਸ ਗੱਲ ਇੱਕ ਵਾਰ ਹੋਰ ਦੱਸ ਦਈਏ ਕਿ ਸਿਰਫ ਉਹਨਾਂ ਦੀ ਪੜ੍ਹਾਈ ਨਹੀਂ, ਉਹਨਾਂ ਦੀ ਸਾਫ਼ ਸਫਾਈ, ਉਹਨਾਂ ਦਾ ਖਾਣੇ ਦਾ ਪ੍ਰਬੰਧ, ਹਰ ਚੀਜ਼ ਦੇ ਉੱਤੇ ਉਹਨਾਂ ਨੇ ਧਿਆਨ ਦਿੱਤਾ ਤੇ ਆਪਣੀ ਜ਼ਿੰਦਗੀ ਦਾ ਹਰ ਲਮਹਾ, ਹਰ ਸੈਕਿੰਡ ਉਹਨਾਂ ਦੇ ਉੱਤੋਂ ਵਾਰਿਆ ਤੇ ਹਰ ਤਿਉਹਾਰ ਉਹਨਾਂ ਦੇ ਨਾਲ ਹੀ ਮਨਾਇਆ, ਆਪਣੇ ਪਰਿਵਾਰ ਦੇ ਮੈਂਬਰ ਸਮਝ ਕੇ। ਸ਼ਬਦ ਅਜੇ ਵੀ ਅਧੂਰੇ ਨੇ। ਕਵਿਤਾ ਵਿਜ ਜੀ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਦੀ ਪ੍ਰੇਰਨਾ ਸਰੋਤ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਵਿਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮੱਚ। ਮੈਂ ਬਹੁਤ ਭਾਵੁਕ ਹੋ ਜਾਂਦੀ ਹਾਂ ਜਦੋਂ ਵੀ ਮੇਰੇ ਬੱਚਿਆਂ ਦੀ ਕਹਾਣੀ ਮੈਨੂੰ ਦੱਸਣੀ ਪੈਂਦੀ ਹੈ। ਕਿਸ ਤਰ੍ਹਾਂ ਇਹ ਬੱਚੇ ਉਹ ਜਿਹੜਾ ਸਾਡੇ ਘਰ ਦਾ ਕੂੜਾ ਹੁੰਦਾ ਨਾ, ਰਾਤੀ ਅਸੀਂ ਕੀਤਾ, ਸਵੇਰੇ ਸਾਡੀ ਕੋਈ ਚੀਜ਼ ਲੱਭਣੀ ਹੋਏ ਅਸੀਂ ਆਪਣੇ ਘਰ ਦੇ ਕੂੜੇ ਦੇ ਵਿੱਚੋਂ ਮਤਲਬ ਹੱਥ ਪਾਣਾ ਨਹੀਂ ਚਾਹੁੰਦੇ। ਤੇ ਉਸ ਨਹਿਰ ਦੇ ਕਿਨਾਰੇ ਜਿੱਥੇ ਬੱਚੇ ਬਿਨਾਂ ਗਲਵਜ਼, ਬਿਨਾਂ ਸ਼ੂਜ਼, ਬਾਹਰ ਤੇ ਸਿਸਟਮ ਅੱਛੇ ਹੁੰਦੇ ਨੇ, ਉਹ ਇੰਨੇ ਵਿੱਚ ਕਈ ਤਰ੍ਹਾਂ ਦਾ ਕੂੜਾ ਹੁੰਦਾ, ਤੁਹਾਨੂੰ ਪਤਾ, ਡਾਈਪਰਸ ਬੱਚਿਆਂ ਦੇ, ਯੰਗ ਲੇਡੀਜ਼, ਕਿਤਨਾ ਕੁਛ ਉਹਦੇ 'ਚੋਂ ਕੂੜਾ ਬੀਨ ਕੇ ਰੋਟੀ ਖਾਂਦੇ ਸੀ। ਤੇ ਮੇਰੇ ਕਾਲਜ ਤੱਕ ਪਹੁੰਚਦਿਆਂ ਮੇਰੀਆਂ ਅੱਖਾਂ 'ਚ ਅੱਥਰੂ ਹੁੰਦੇ ਸੀ ਵੀ ਇਹ ਵੀ ਬੱਚੇ ਨੇ, ਆਪਣੇ ਮਾਂ-ਬਾਪ ਦੇ ਜਾਏ ਨੇ, ਸਮਾਜ ਦਾ ਹਿੱਸਾ। ਕਿੰਨੀ ਕੁ ਮੈਮ ਉਮਰ ਸੀਗੀ ਉਹਨਾਂ ਬੱਚਿਆਂ ਦੀ? 5-6 ਸਾਲ ਦੀ ਬੱਚੀ ਵੀ, ਤੁਸੀਂ ਮੈਂ ਤੁਹਾਨੂੰ ਫੋਟੋਜ਼ ਦਿਖਾਵਾਂਗੀ ਵੀ ਕਿਸ ਤਰੀਕੇ ਨਾਲ ਉਹ ਉੱਥੇ ਸੀ, ਕਿਉਂਕਿ ਸਾਰੀ ਫੈਮਿਲੀ ਉੱਥੇ ਕੰਮ ਕਰਦੀ ਸੀ। ਉਹ ਰੇੜੇ ਲਿਆਏ ਹੁੰਦੇ ਆ, ਬੋਰੇ ਬੰਨ੍ਹਦੇ ਆ, ਸਮਾਨ ਜਿਹੜਾ ਉਹਨਾਂ ਨੂੰ ਲੱਗਦਾ ਇਹਦੇ 'ਚੋਂ ਕੰਮ ਦਾ ਹੈ ਉਹ ਕੱਢ ਕੇ ਉਹ ਬੋਰੇ ਬਣਾਉਂਦੇ, ਉਹ ਵੇਚਦੇ ਆ। ਉਹੀ ਉਹਨਾਂ ਦਾ ਜੋ ਕੰਮ ਦੀਆਂ ਚੀਜ਼ਾਂ ਹੁੰਦੀਆਂ ਹੋਣਗੀਆਂ 100-150 200 ਤੱਕ ਵਿਕ ਜਾਂਦਾ ਹੋਏਗਾ ਦਿਹਾੜੀ 'ਚ, ਉਹ ਉਹਨਾਂ ਦੀ ਰੋਜ਼ੀ ਰੋਟੀ ਸੀ। ਹੁਣ ਇਹੋ ਜਿਹੇ ਪੇਰੈਂਟਸ ਨੂੰ ਮਨਾਉਣਾ ਬੜਾ ਔਖਾ। ਫਿਰ ਉਹਨਾਂ ਨੂੰ ਮੈਂ ਕਿਹਾ ਕਿ ਇਹ ਤੁਹਾਡੇ ਬੱਚੇ, ਤੁਸੀਂ ਚਾਹੋਗੇ ਕਿ ਤੁਹਾਡੇ ਬੱਚੇ ਸਾਰੀ ਉਮਰ ਇਹੀ ਕੰਮ ਕਰਨ? ਇਹਨਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਦਿਓ, ਔਰ ਇਹਨਾਂ ਦਾ ਅਸੀਂ ਖਾਣ ਪੀਣ, ਦਵਾਈ ਦਾਰੂ ਉੱਥੇ ਸਾਰਾ ਧਿਆਨ ਰੱਖਾਂਗੇ। ਤੁਹਾਨੂੰ ਅਸੀਂ ਥੋੜ੍ਹੇ ਬਹੁਤੇ ਪੈਸੇ ਵੀ ਦੇ ਦਿਆ ਕਰਾਂਗੇ। ਇਹਨਾਂ ਬੱਚਿਆਂ ਦੀ ਤੇ ਹਰ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੋਏਗੀ, ਤੇ ਸਿਰ ਤੋਂ ਪੈਰ ਤੱਕ ਉਹਨਾਂ ਦੇ ਬੂਟ, ਜੁਰਾਬਾਂ, ਜੋ ਵੀ ਉਹਨਾਂ ਨੂੰ ਚਾਹੀਦਾ ਹੈ, ਗਰਮੀਆਂ ਦੇ ਕੱਪੜੇ, ਸਰਦੀਆਂ ਦੇ ਕੱਪੜੇ, ਸਭ ਉਹਨਾਂ ਨੂੰ ਦੇਵਾਂਗੇ, ਖਾਣਾ ਪੀਣਾ ਵੀ ਦੇਵਾਂਗੇ। ਉਹ ਮੈਨੂੰ ਇੰਨੀ ਖੁਸ਼ੀ ਹੈ। वो कहते मैं अकेला ही चला था जान बेमंजिल की और लोग मिलते गए और कारवां बलता गया। इस कारवां दे विच इंनियां अमेजिंग, ਇੰਨੀਆਂ ਕੁ ਅਦਭੁਤ ਗੱਲਾਂ ਹੋਈਆਂ ਕਿ ਉਹ ਸੜਕ ਦੇ ਕਿਨਾਰੇ ਜਿੱਥੇ ਮੈਂ ਦਰੀ ਇੱਕ ਵਿਛਾਈ ਸੀ ਔਰ ਇਹ ਬੱਚਿਆਂ ਨੂੰ ਬਿਠਾਇਆ ਸੀ। ਤੁਹਾਨੂੰ ਪਤਾ ਹੈ ਕਿ ਬੱਚੇ ਖਾਣ ਪੀਣ ਦੇ ਭੁੱਖੇ ਹੁੰਦੇ ਆ,
ਔਰ ਉਹਨਾਂ ਨੂੰ ਪਿਆਰ ਚਾਹੀਦਾ ਹੁੰਦਾ। ਮੈਂ ਕਦੀ ਉਹ ਨਹੀਂ ਕੀਤੀ ਸੀਗੀ ਕਿ ਇੱਕ ਚੈਨ ਕਰਾਂ। ਮੈਂ ਇਹਨਾਂ ਬੱਚਿਆਂ ਨੂੰ ਜੱਫੀਆਂ ਪਾਣਾ, ਕਾਲੇ ਇਹਨਾਂ ਦੇ ਕੱਪੜੇ, ਕਾਲੇ ਹੱਥ ਹੋਏ ਹੋਣੇ, ਮੈਂ ਨਹੀਂ ਖੜਾ। ਮੈਂ ਸਭ ਤੋਂ ਪਹਿਲੇ ਬੱਚਿਆਂ ਨੂੰ ਗਿਫਟ ਜਿਹੜੇ ਦਿੱਤੇ ਉਹ ਟੂਥਪੇਸਟ, ਬਰਸ਼ ਔਰ ਸੋਪ ਸੀਗੇ ਕਿ ਇਹ ਤੁਹਾਡੇ ਹੱਥ ਧੋ ਕੇ ਜਦੋਂ ਵੀ ਅਸੀਂ ਖਾਣਾ ਹੈ ਧੋਣਾ, ਛੋਟੇ ਟਾਵਲ। ਉਸ ਤੋਂ ਬਾਅਦ ਇਹ ਐਲਬਮਾਂ ਭਰੀਆਂ ਪਈਆਂ ਨੇ, ਦੁਨੀਆ ਦੀ ਕੋਈ ਚੀਜ਼ ਨਹੀਂ ਬਚੀ ਜਿਹੜੀ ਲੋਕਾਂ ਨੇ ਨਹੀਂ ਦਿੱਤੀ। ਪਬਲਿਕ ਨੇ ਇੰਨੀ ਕੁ ਸਪੋਰਟ ਕੀਤੀ, ਮੇਰੇ ਟੀਚਰ, ਮੇਰੀਆਂ ਫਰੈਂਡਸ, ਮੇਰੇ ਸਟੂਡੈਂਟਸ ਇੰਡੀਆ 'ਚ, ਐਬਰੋਡ, ਸਭ ਜੁੜਦੇ ਗਏ। ਔਰ ਮੈਂ ਨਹੀਂ ਸੋਚਦੀ ਕੋਈ ਫਰੂਟ ਦੁਨੀਆ ਦਾ ਔਰ ਕੋਈ ਮਿਠਾਈ ਦੁਨੀਆ ਦੀ, ਕੋਈ ਖਾਣਾ, ਚਾਹੇ ਉਹ ਚਾਈਨੀਜ਼ ਸੀ, ਮੈਕਡੋਨਲਡ ਕਦੀ ਬੱਚਿਆਂ ਨੂੰ ਲੈ ਜਾਣਾ, ਪਿਕਨਿਕ ਤੇ ਲੈ ਜਾਣਾ, ਕਦੀ ਹਵੇਲੀ ਲੈ ਜਾਣਾ, ਉਹਨਾਂ ਨੂੰ ਮਾਲ ਦਿਖਾਣੇ। ਬਾਅਦ ਚ ਕਰ ਇੰਨੇ ਲੋਕ ਜੁੜੇ, ਕਿਸੇ ਡਾਂਸ ਅਕੈਡਮੀ ਨੇ ਉਹਨਾਂ ਨੂੰ ਫ੍ਰੀ ਡਾਂਸ ਸਿਖਾ ਦਿੱਤਾ। ਫਿਰ ਉਹਨਾਂ ਨੂੰ ਬਹੁਤ ਮੌਕੇ ਦਿੱਤੇ ਪਾਰਟਿਸਿਪੇਟ ਕਰਨ ਦੇ ਕਿ ਕਦੀ ਉਹਨਾਂ ਨੇ ਵਿਸਾਖੀ ਤੇ ਬੁਲਾ ਲਿਆ, ਬੈਸਟ ਵੈਸਟਰਨ ਹੋਟਲ ਜਾ ਰਹੇ ਆ, ਮਾਇਆ 'ਚ ਜਾ ਰਹੇ। ਉਹ ਬੱਚਿਆਂ ਦੀ ਤੇ ਜ਼ਿੰਦਗੀ 'ਚ ਇੰਨਾ ਵੱਡਾ ਜ਼ਬਰਦਸਤ ਮਤਲਬ ਕਿ ਐਕਸਪੋਜ਼ਰ ਹੋਇਆ। ਕਵਿਤਾ ਜੀ ਇੱਕ ਚੀਜ਼ ਹੋਰ ਮੈਨੂੰ, ਕਿਉਂਕਿ ਤੁਸੀਂ ਜਿੱਦਾਂ ਗੱਲ ਦੱਸ ਰਹੇ ਆ ਮੇਰੀ ਉਤਸੁਕਤਾ ਵੱਧਦੀ ਜਾ ਰਹੀ ਹੈ ਕਿ ਜਦੋਂ ਇੱਕ ਤੁਸੀਂ ਮੈਨੂੰ ਰੁੱਖ ਦਿਖਾਇਆ ਫੋਟੋ ਦੇ ਵਿੱਚ, ਉਸ ਰੁੱਖ ਦੇ ਥੱਲੇ ਤੁਹਾਡੀ ਕਲਾਸ ਲੱਗਦੀ ਸੀਗੀ, ਪਹਿਲਾਂ ਕਿੰਨੇ ਬੱਚੇ ਸੀ ਉਹਦੇ ਵਿੱਚ, ਔਰ ਜਦੋਂ ਤੁਸੀਂ ਉੱਥੇ ਰੁੱਖ ਦੇ ਥੱਲੇ ਪੜਾਉਂਦੇ ਸੀਗੇ, ਜਿਹੜੇ ਲੋਕ ਉੱਥੋਂ ਗੁਜ਼ਰਦੇ ਸੀ 120 ਫੁੱਟ ਰੋਡ ਨੂੰ, ਕਿਉਂਕਿ ਮੈਂ ਬਹੁਤ ਸਾਲਾਂ ਬੱਧੀ ਤਜਰਬਾ ਮੇਰਾ ਰਿਹਾ ਕਿ ਬਹੁਤ ਖਸਤਾ ਹਾਲਤ ਹੈ ਉਹਦੀ, ਲੋਕਾਂ ਦਾ ਕਿੱਦਾਂ ਦਾ ਰਿਐਕਸ਼ਨ ਸੀਗਾ ਜਦੋਂ ਤੁਸੀਂ ਉੱਥੇ ਪਹਿਲੀ ਵਾਰੀ ਕਲਾਸ ਲੈਣੀ ਸ਼ੁਰੂ ਕੀਤੀ? ਦੇਖੋ ਆਹ ਸੜਕ ਸੀ ਜੀ, और सारी सड़क खराब सी जड़ी बाद च मैं रिक्वेस्ट करके सरकार को बनवाई। आ बच्चे इन्ने क सी पहले दिन ते, दूसरे दिन बच्चों लगा खाना पीना सब कुछ मिलता, बच्चे होर वध गए। मैं इधरों उधरों अपने फ्रेंड्स तो कपड़े भी मंगवाने। इत्थे ही है वृक्ष जिहदे नीचे मैं, इत्थे ही है सामने एक दरवाज़ा सी जिहड़ा पिछली साइड दी कोठी नूं जांदा सी, वो मेरा ब्लैक बोर्ड सी। क्या बात। सो मैं मैडम कविता बारे दस दा, प्रोफैसर साहब बारे दस दवां कि उन्होंने अजकल असीं की कहने कि असीं पढ़ना आ, सानू नवां स्कूल बैग चाहिदा, जमैट्री चाहिदी, पेंसिल बॉक्स सानू चाहिए, कापियां किताबां उहदे कवर चढ़े हुए होण, ते सब तो वड्डी गल जो क्लास की गल करां कहंदे जी स्मार्ट क्लासरूम चाहिए आ। पर प्रोफैसर साहब ने जो शुरू किया तो मैनू फोटोग्राफी असीं सांझी करांगे जिहड़ी बड़ी भावुक करदी है फोटो के काले गेट का पिछला पासा जिहड़ा उहनूं ओह ब्लैक बोर्ड दी लई वरतदे सी, क्योंकि जो उन्हां दा मन्नना ਉਹ ਇਹ ਹੈ कि सिक्ख्या सहूलतां दी मुहताज नहीं हुंदी। बस जी ਇੱਥੇ ਹੀ ਇਹ ਸੜਕ ਸੀਗੀ। ਸਰਦੀਆਂ ਦੇ ਵਿੱਚ ਇਹ ਜਿਹੜਾ ਪੰਡ ਤੇ ਮਰਾਸੀ 120 ਫੁੱਟ ਤੇ ਰਹਿੰਦੇ ਉਹਨਾਂ ਦੇ ਘਰ ਹੈ ਨਾਲ ਹੀ ਇਹ ਸਾਰੇ ਇੱਥੇ। ਔਰ ਜਦੋਂ ਸਰਦੀਆਂ ਆ ਗਈਆਂ ਮੈਂ ਤੇ ਰਿਟਾਇਰ ਹੋਈ ਅਪ੍ਰੈਲ 'ਚ ਜੀ, ਫਿਰ ਉਹ ਮੈਨੂੰ ਆਪਣੇ ਘਰਾਂ ਦੇ ਵਿੱਚ ਲੈ ਗਏ। ਇਹ ਸਾਰੇ ਇਹ ਉਹਨਾਂ ਦੇ ਮਤਲਬ ਘਰਾਂ ਦੇ ਬੱਚੇ ਤੁਹਾਡੇ ਕੋਲ ਪੜ੍ਹਦੇ ਸੀ, ਉਹ ਤੁਹਾਨੂੰ ਆਪਣੇ ਘਰਾਂ 'ਚ ਕਲਾਸਰੂਮ ਉੱਥੇ ਸ਼ਿਫਟ ਹੋ ਗਿਆ? ਉੱਥੇ ਸ਼ਿਫਟ ਹੋ ਗਿਆ ਕਿਉਂਕਿ ਬਾਹਰ ਠੰਡ ਹੋ ਗਈ ਬਹੁਤ ਜ਼ਿਆਦਾ। ਬਸ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਮੈਂ ਗਈ ਤੇ ਉਹਨਾਂ ਦੇ ਘਰ ਵੀ ਮੈਂ ਤੁਹਾਨੂੰ ਦਿਖਾਵਾਂ ਇਸ ਤਰ੍ਹਾਂ ਅੰਦਰੋਂ ਨਾ ਪਲਸਤਰ ਨਾ ਕੁਝ, ਮੈਨੂੰ ਥੋੜੇ ਗੰਦੇ ਵੀ ਬਹੁਤ ਲੱਗੇ। ਅੱਛਾ। ਉਹ ਫਿਰ ਮੈਂ ਉਹਨਾਂ ਨੂੰ ਪਲਸਤਰ ਕਰਵਾਇਆ, ਪੇਂਟ ਕਰਵਾਇਆ, ਕਲਰਫੁਲ ਜਿਹਾ ਬਣਾਇਆ, ਥੋੜੇ ਕਰਟਨ ਲਗਾਏ, ਥੋੜੇ ਚਾਰਟ ਲਗਾਏ। ਉਹੀ ਕਮਰੇ ਦੀ ਸ਼ਕਲ ਜਿਹੜਾ ਉਹ ਇੱਟਾਂ ਵਾਲਾ ਦਿਖ ਰਿਹਾ ਸੀ ਉਹ ਬਦਲ ਕੇ ਹੌਲੀ ਹੌਲੀ ਉਹ ਕਮਰਾ ਬਦਲ ਕੇ ਇਸ ਤਰ੍ਹਾਂ ਹੋ ਗਿਆ। ਇਹ ਲੋਕ ਜਿਹੜੇ ਸੀ ਵਿੱਚ ਆ ਕੇ ਬੈਗ ਆ ਗਏ ਨੇ ਬੱਚਿਆਂ ਨੂੰ ਵਧੀਆ ਵਧੀਆ, ਔਰ ਬੱਚਿਆਂ ਦੀ ਇੱਥੇ ਸ਼ਾਇਦ ਮੇਰੇ ਕੋਲ ਫੋਟੋ ਹੋਏਗੀ, ਉਹ ਇੰਨੇ ਖੁਸ਼ ਹੋਏ ਕਿ ਇੱਕ ਬੈਗ ਰੈਪਡ ਸਾਡੇ ਕੋਲ ਆਇਆ। ਅਸੀਂ ਆਪਣੇ ਬੱਚਿਆਂ ਨੂੰ ਸਿਲਕ ਦੀ ਚਾਕਲੇਟ ਨਹੀਂ ਲੈ ਕੇ ਦਿੰਦੇ, 200-250 ਦੀ ਆਉਂਦੀ ਹੈ। ਜਿੰਨੇ ਬੱਚੇ ਉਹਨਾਂ ਦੇ ਲਈ ਟੋਕਰੀਆਂ ਦੀਆਂ ਟੋਕਰੀਆਂ, ਮੈਂ ਤੁਹਾਨੂੰ ਦੱਸਦੀ ਲੋਕਾਂ ਨੇ ਸਹਿਯੋਗ ਹੀ ਨਹੀਂ। ਔਰ ਇਹ ਪੰਡਾਂ ਮਰਾਸੀਆਂ ਦਾ ਕਮਰਾ ਜਦੋਂ ਮੈਂ ਪੇਂਟ ਕਰਾਤਾ ਸਾਰਾ ਉਹਨੂੰ ਠੀਕ ਕਰਾਤਾ ਤੇ ਉਹ ਅੱਛਾ ਲੱਗਣ ਲੱਗ ਪਿਆ। ਜਿਹਦੇ ਵੀ ਬੱਚਾ ਪੈਦਾ ਹੁੰਦਾ ਸੀ ਉਹ ਮੇਰੀ ਗੋਦੀ 'ਚ ਪਾ ਜਾ। ਅੱਛਾ, ਕੀ ਬਾਤ। ਆਹ ਦੇਖੋ ਇਹ ਬੱਚਾ ਗੋਦੀ 'ਚ ਪਿਆ ਹੈ, ਇਹ ਬੱਚਾ ਗੋਦੀ 'ਚ ਪਿਆ, ਇਹ ਬੱਚਾ, ਇਹ ਜਦੋਂ ਪਹਿਲੇ ਸੀ ਕਮਰਾ, ਹੁਣ ਉਹੀ ਕਮਰਾ ਐਦਾਂ ਹੋ ਗਿਆ। ਅੱਛਾ ਕਵਿਤਾ ਜੀ, ਜਿਹੜਾ ਇਹ ਖਰਚਾ ਸੀਗਾ ਜੋ ਵੀ ਜਿੱਦਾਂ ਤੁਸੀਂ ਉਹਨਾਂ ਦੇ ਕਮਰੇ ਨੂੰ ਵੀ ਪੇਂਟ ਕਰਾਉਂਦੇ ਸੀ, ਉਹਨਾਂ ਦੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਸੀ, ਉਹਨਾਂ ਦੇ ਘਰ ਦੀ ਹਾਲਾਤ ਜਿਹੜੇ ਉਹ ਵੀ ਤੁਸੀਂ ਸੁਧਾਰੇ, ਇਹ ਸਾਰਾ ਤੁਹਾਡੇ ਨਿੱਜੀ ਖਰਚੇ ਦੇ ਵਿੱਚੋਂ ਰਿਹਾ? ਮੇਰੇ ਪਹਿਲੇ ਤਾਂ ਦੇਖੋ ਬਿਗਨਿੰਗ 'ਚ ਮੇਰੇ ਬੱਚੇ ਆਪਣੇ ਸਪੋਰਟ ਕਰਦੇ ਰਹੇ। आई एम ब्लेस्ड विद 2 डॉटर्स। मेरी बड़ी बेटी और सन इन लॉ दोनों जज हैं, और मेरी छोटी बेटी और छोटा सन इन लॉ जो है वो दोनों इंजीनियर और कैनेडा सेटल। तो वो क्या उन्होंने सी साड़ी मम्मा ਨੂੰ शौक है तो कोई गल नहीं, और इस करके वो फिर कुछ फ्रेंड्स बाद ਦੇ ਵਿੱਚ ਤਾਂ ਕੋਈ ਕਮੀ ਨਹੀਂ ਰਹੀ ਨਾ। ਪਹਿਲੇ ਬਿਗਨਿੰਗ ਦੇ ਵਿੱਚ ਕੁਝ ਫਿਊ ਫਰੈਂਡਸ ਕਾਲਜ ਦੇ ਵੀ ਸੀ, ਉਹਨਾਂ ਨੇ ਖਾਣੇ ਲਈ ਵੀ ਕਹਿਣਾ ਅੱਜ ਦਾ ਖਾਣਾ ਨਾ ਸਾਡੇ ਵੱਲੋਂ ਬਣਵਾਉਣਾ ਕੜੀ ਚਾਵਲ, ਕਿਸੇ ਨੇ ਕਹਿਣਾ ਅੱਜ ਪੂਰੀਆਂ ਤੇ ਉਹ ਬਣਵਾਉਣਾ, ਕਿਸੇ ਨੇ ਆਪਣਾ ਮੈਨੂ ਵੀ ਦੱਸ ਦੇਣਾ ਕਿ ਇਹ ਬਣਵਾਉਣਾ। ਇਹ ਦੇਖੋ ਹੌਲੀ ਹੌਲੀ ਬੱਚਿਆਂ ਨੂੰ ਅਸੀਂ ਉੱਥੇ, ਇਹ ਛੋਟੀ ਸੀ ਇੱਕ ਬੱਚੀ ਬੜੀ ਟੈਲੈਂਟਡ ਸੀ,
ਦੇਖੋ ਇਹ ਬੱਚਿਆਂ 'ਚ ਇੰਨਾ ਕੁ ਟੈਲੈਂਟ ਸੀ। ਬੁਣਾਈ ਮੈਂ ਕਰ ਰਹੀ ਹੈ? ਇਹ ਬੁਣਾਈ ਵੀ ਕਰਦੀ ਸੀ। ਇਹਦੇ ਪਹਾੜੇ ਵੀ 35 ਤੱਕ ਆਉਂਦੇ ਸੀ। ਇਹਨੂੰ ਛੋਟੀ ਜਿਹੀ ਕੁੜੀ ਨੂੰ ਕੱਦ 'ਚ ਛੋਟੀ ਰਹਿ ਗਈ, ਅੰਡਰ ਨਰਿਸ਼ਡ ਬੱਚੇ। ਔਰ ਬੜੀ ਖੁਸ਼ ਸੀ ਕਿ ਸਾਨੂੰ ਨਵੇਂ ਬੈਗ ਮਿਲ ਗਏ, ਦਰੀ ਵਿਛ ਗਈ ਹੈ। ਜਿਹਦੇ ਜਿਹਦੇ ਬੱਚਾ ਨਵਾਂ ਪੈਦਾ ਹੋਣਾ ਉਹਨਾਂ ਨੇ ਕਹਿਣਾ ਮੈਡਮ ਇਹ ਸਾਡਾ ਬੱਚਾ ਵੀ ਤੁਸੀਂ ਪਾਲਣਾ, ਤੁਸੀਂ ਪੜ੍ਹਾਉਣਾ, ਤੁਸੀਂ ਦੇਖਣਾ। ਬਸ ਇਹ ਮੇਰੇ ਫਰੈਂਡ ਯੂਕੇ ਤੋਂ ਆਉਂਦੇ ਸੀ, ਇਹ ਵੀ ਨਾਲ ਜੁੜੇ, ਹਰ ਸਾਲ ਆਉਂਦੇ ਸੀ। ਹਰ ਸਾਲ ਹੀ ਬਸ ਕਰਦੇ ਸੀ ਕੋਸ਼ਿਸ਼ਾਂ ਸਭ। ਇਹ ਜਿਹੜੀਆਂ ਯੰਗ ਬੱਚੀਆਂ ਹੁੰਦੀਆਂ ਸੀ, ਇਹ ਪੰਡਾਂ ਮਰਾਸੀਆਂ ਦੇ ਘਰਾਂ ਦੀਆਂ, ਉਹਨਾਂ ਨੂੰ ਮੈਂ ਇੱਥੇ ਆਪਣੇ ਘਰ ਲੈ ਆਉਂਦੀ ਸੀ। ਅੱਛਾ। ਇਹ ਮੇਰਾ ਡਾਈਨਿੰਗ ਟੇਬਲ ਹੈ। ਇਹਨਾਂ ਨੂੰ 2-3 ਚੀਜ਼ਾਂ ਮੈਂ ਬਣਾ ਕੇ ਸਿਖਾਉਣੀਆਂ, ਟੇਬਲ ਮੈਨਰਸ ਸਿਖਾਣੇ, ਔਰ ਫਿਰ ਮੈਂ ਕਹਿਣਾ ਕਿ ਤੁਸੀਂ ਇਹ ਇਸ ਤਰ੍ਹਾਂ ਬਣਾਉਣੀ ਹੈ ਚੀਜ਼ ਔਰ ਇਸ ਤਰ੍ਹਾਂ ਤੁਸੀਂ ਕਰਨਾ। ਤੇ ਇਹ ਮੇਰੀ ਫਰੈਂਡ ਵੀ ਜਦੋਂ ਆਈ, ਦੇਖੋ ਇਹ ਬੈਠੀ ਹੈ ਉਸੇ ਕਮਰੇ 'ਚ, ਇਹ ਬ੍ਰਿਟਿਸ਼ ਲੇਡੀ ਹੈ। ਨਾਲ ਅਸੀਂ ਜੇ ਘਰੋਂ ਸੈਂਡਵਿਚ ਖਾ ਕੇ ਗਏ, ਉੱਥੇ ਉਹ ਬੱਚਿਆਂ ਲਈ ਸੈਂਡਵਿਚ ਬਣਾਉਣੇ ਕਿ ਜੋ ਅਸੀਂ ਖਾਇਆ ਸਾਡੇ ਬੱਚੇ ਵੀ ਉਹ ਖਾਣ, ਅਸੀਂ ਉੱਥੇ ਹੀ ਬਣਾਉਣੇ। ਘਰ ਵੀ ਉਹਨਾਂ ਨੂੰ 26 ਜਨਵਰੀ 15 ਅਗਸਤ ਹਰ ਪ੍ਰੋਗਰਾਮ ਜਿਹੜਾ ਸੀ ਇਸ ਸਕੂਲ ਨੂੰ ਸਜਾਣਾ। ਫਿਰ ਅਸੀਂ ਉਸ ਤੋਂ ਬਾਅਦ ਕਟਨ ਕੁਟਨ ਲਗਾ ਕੇ ਕੈਲੰਡਰ ਥੋੜ੍ਹੇ ਲਗਾ ਦਈਏ, ਚਾਰਟ ਲਗਾ ਦਈਏ। ਫਿਰ ਬਸ ਜੀ ਆਉਂਦੇ ਸ਼ੁਰੂ ਰਹੇ ਲੋਕ, ਬੜੇ ਆਏ ਆ। ਰਜਿੰਦਰ ਬੇਰੀ ਜੀ ਆਏ ਆ, ਇਹ ਜਿਹੜੇ ਗਵਰਨਰ ਪੌਂਡੀਚੇਰੀ ਰਹੇ ਆ, ਇਕਬਾਲ ਸਿੰਘ, ਉਹਨਾਂ ਦੇ ਬੇਟੇ ਅਭੇ ਸਿੰਘ ਜੀ। ਇਹ ਨਵੇਂ ਸਾਲ ਵਾਲੇ ਦਿਨ ਆਏ ਸੀ ਜਦੋਂ ਸਾਡਾ ਉੱਥੇ ਬੜਾ ਹਿਊਜ ਇੱਕ ਲੰਗਰ ਵੀ ਲੱਗਿਆ। ਇਹ ਉੱਥੋਂ ਦੇ ਸਾਰੇ ਲੋਕ ਉਹਨਾਂ ਦਾ ਵੈਲਕਮ ਕਰਨ ਲਈ ਅਸੀਂ ਬੱਚਿਆਂ ਨੂੰ ਸਿਖਾਉਂਦੇ ਸੀ, ਜਿਹੜਾ ਵੀ ਕੋਈ ਆਏ ਇਸ ਤਰ੍ਹਾਂ ਖਾਣਾ ਰੋਜ਼ ਬਣਦਾ ਸੀ। ਅੱਛਾ, ਫਿਰ ਤੁਸੀਂ ਜਦੋਂ ਉਸ ਤੋਂ ਬਾਅਦ ਸਕੂਲ ਉੱਥੇ ਮੈਮ ਚੱਲਦਾ ਰਿਹਾ, ਉਸ ਤੋਂ ਬਾਅਦ ਉਹ ਫਿਰ ਜਦੋਂ ਅਗਲੇ ਸਕੂਲ ਦੀ ਇੱਕ ਫੋਟੋਗ੍ਰਾਫ ਤੁਸੀਂ ਮੇਰੇ ਨਾਲ ਹੋਰ ਸਾਂਝੀ ਕੀਤੀ, ਜਿਹਦੇ ਵਿੱਚ ਇੱਕ ਸਕੂਲ ਦੀ ਇਮਾਰਤ ਬਣੀ ਹੋਈ ਹੈ, ਫਿਰ ਉਸ ਤੋਂ ਬਾਅਦ ਜਿਹੜੀ ਸਕੂਲ ਦੀ ਜਿਹੜੀ ਜਗ੍ਹਾ ਸੀਗੀ ਉਹ ਚੇਂਜ ਹੋ ਗਈ ਕਿ ਉੱਥੇ ਰਹੀ? ਨਹੀਂ ਜੀ, ਇਹ ਤੇ ਪੰਡਾਂ ਮਰਾਸੀਆਂ ਦੇ ਘਰਾਂ 'ਚ, ਭਈਆਂ ਦੇ ਘਰਾਂ 'ਚ 3.5 ਸਾਲ ਲੱਗੇ। ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਤੇ ਈਸ਼ਵਰ ਦੀ, ਵਾਹਿਗੁਰੂ ਦੀ ਬੜੀ ਕਿਰਪਾ ਹੋਈ ਕਿ ਮੈਨੂੰ ਕਿਸੇ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਬਸਤੀ ਮਿੱਠੂ ਦੇ ਸਾਹਮਣੇ ਜਗ੍ਹਾ ਹੈ, ਤੁਸੀਂ ਅਪਰੋਚ ਕਰੋ। ਉੱਥੋਂ ਦੇ ਜਥੇਦਾਰ ਪ੍ਰੀਤਮ ਸਿੰਘ ਜੀ ਨੂੰ ਮੈਂ ਅਪਰੋਚ ਕੀਤਾ ਔਰ ਉਹਨਾਂ ਨੇ ਫੋਨ ਦੇ ਉੱਤੇ ਹੀ ਹੱਸ ਕੇ ਮੈਨੂੰ 4 ਕਮਰੇ ਵੱਡੇ ਵੱਡੇ ਦੇ ਦਿੱਤੇ। 3.5 ਸਾਲ ਮੈਂ ਉੱਥੇ ਰਹੀ। ਅੱਛਾ। ਉੱਥੇ ਹੀ ਕਮਿਸ਼ਨਰ ਅਰਪਿਤ ਸ਼ੁਕਲਾ ਜੀ ਆਏ, 16 'ਚ ਉਹਨਾਂ ਨੇ ਮੇਰੇ ਸਕੂਲ ਨੂੰ ਅਡਾਪਟ ਕੀਤਾ। 17-18 'ਚ ਉੱਥੇ ਹੀ ਪ੍ਰਵੀਨ ਸਿन्हा ਜੀ ਕਮਿਸ਼ਨਰ ਆਏ, ACP DCP ਔਰ ਇਸ ਬਹੁਤ ਆਉਂਦੇ ਰਹੇ, ਸਾਰੇ ਹੀ ਬਹੁਤ ਆਉਂਦੇ ਰਹੇ ਮੇਰੇ को। अगर मैं लिस्ट गिना तो नामां ਦੀ ਲਿਸਟ ਬਹੁਤ ਲੰਬੀ ਹੈ। ਲੋਕਾਂ ਨੇ ਬਹੁਤ ਸਪੋਰਟ ਕਰਨਾ ਸ਼ੁਰੂ ਕੀਤਾ। ਫਿਰ 3.5 ਸਾਲ ਉੱਥੇ। ਫਿਰ ਕੀ ਹੋਇਆ ਉੱਥੇ ਨਵਜੋਤ ਜੀ, ਮੈਨੂੰ ਬਹੁਤ ਲੋਕ ਆਉਣ ਲੱਗ ਪਏ। ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਤੇ ਆਏ ਦਿਨ ਮੇਲੇ ਲੱਗੇ ਰਹਿੰਦੇ, ਬੱਚਿਆਂ ਨੂੰ ਲਹਿਰਾਂ ਬਹਿਰਾਂ, ਖਾਣ ਪੀਣ ਨੂੰ ਬਹੁਤ ਮਿਲ ਰਿਹਾ, ਪੈਸਾ ਪੂਸਾ ਵੀ ਆ ਰਿਹਾ, ਵਰਦੀਆਂ ਸਭ ਕੁਝ ਮਿਲ ਰਿਹਾ। ਫਿਰ ਉਹਨਾਂ ਨੇ ਮੈਨੂੰ ਕਿਹਾ ਖਾਲੀ ਕਰ ਦੋ। ਅੱਛਾ। ਫਿਰ ਮੈਂ ਕਮਿਸ਼ਨਰ ਸਾਹਿਬ ਕੋ ਗਈ, ਮੈਂ ਕਿਹਾ ਜੀ ਇੱਦਾਂ ਇੱਦਾਂ ਮੇਰੇ ਕੋ ਖਾਲੀ ਕਰਵਾ ਰਹੇ ਆ। ਤੇ ਉਹ ਕਹਿੰਦੇ ਅਸੀਂ ਤੁਹਾਨੂੰ ਸਟੇ ਲੈ ਦਿੰਦੇ ਆ, ਤੁਹਾਨੂੰ ਉੱਥੇ ਪੁਲਿਸ ਸਪੋਰਟ ਦੇ ਦਿੰਦੇ ਆ, ਇੱਕ ਚੌਕੀ ਬਿਠਾ ਦਿੰਦੇ ਆ ਜੀ। ਮੈਂ ਕਿਹਾ ਮੈਂ ਇਹੋ ਜਿਹੇ ਕੰਮਾਂ 'ਚ ਨਹੀਂ, ਮੇਰੀ ਇਹ ਉਮਰ 70 ਸਾਲ ਦੀ ਮੈਂ ਹੋਣ ਵਾਲੀ, ਤੇ ਮੈਂ ਇਹ ਕੰਮਾਂ 'ਚ ਨਹੀਂ ਪੈਣਾ ਕਚਹਿਰੀਆਂ 'ਚ। ਠੀਕ ਹੈ ਮੈਂ ਛੱਡ ਦਿੰਦੀ ਹਾਂ। ਉਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਮਿਲੋ, ਲੇਬਰ ਕਮਿਸ਼ਨਰ ਨੂੰ। ਲੇਬਰ ਕਮਿਸ਼ਨਰ ਨੇ ਕਿਹਾ ਅਸਿਸਟੈਂਟ ਕਮਿਸ਼ਨਰ ਨੂੰ। ਉਹਨਾਂ ਨੇ ਕਿਹਾ ਜੀ ਤੁਸੀਂ DO ਸਾਹਿਬ ਨੂੰ ਮਿਲੋ। ਅੱਛਾ। ਉਹ ਫਿਰ DO ਸਾਹਿਬ ਨੇ ਇਹ ਕਿਹਾ ਕਿ ਦੇਖੋ ਅਸੀਂ ਤੁਹਾਨੂੰ ਇੰਡੀਪੈਂਡੈਂਟਲੀ ਕੋਈ ਜਗ੍ਹਾ ਨਹੀਂ ਦੇ ਸਕਦੇ, ਤੁਸੀਂ ਸੇਵਾ ਕਰ ਰਹੇ ਹੋ ਨਾ, ਤੁਸੀਂ ਸੇਵਾ ਹੀ ਕਰਨੀ ਹੈ। ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਮਰੇ ਉਹਨਾਂ ਦੇ ਹੀ ਸੀਗੇ ਕਮੇਟੀ ਦੇ। ਉਹਨਾਂ ਨੇ ਕਿਹਾ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਇੱਕ ਸਕੂਲ ਹੈ ਗਵਰਨਮੈਂਟ ਦਾ, ਤੁਸੀਂ ਉਹਨੂੰ ਲੈ ਲਓ। ਅੱਛਾ ਜੀ। ਉੱਥੇ ਆਪਣੇ ਵੀ ਬੱਚੇ ਆ, ਤੁਸੀਂ ਹੋਰ ਵੱਡੇ ਲੈਵਲ ਤੇ ਸੇਵਾ ਕਰ ਲਓ। ਮੈਂ 2-4 ਦਿਨ ਸੋਚਣ 'ਚ ਲਗਾਏ, ਆਪਣੇ ਫਰੈਂਡਸ ਨੂੰ ਪੁੱਛਿਆ, ਆਪਣੇ ਡੋਨਰਸ ਨੂੰ ਪੁੱਛਿਆ, ਉਹ ਸਾਰੇ ਕਹਿੰਦੇ ਵੈਸੇ ਗੱਲ ਤਾਂ ਠੀਕ ਹੈ। ਤੇ ਰੋਜ਼ ਦੀ ਇਹ ਹੈ, ਕਦੀ ਉੱਥੋਂ ਕੱਢਿਆ ਉੱਥੇ, ਉੱਥੋਂ ਕੱਢਿਆ ਉੱਥੇ। ਅੱਛਾ, ਇੱਥੇ ਮੈਂ ਪ੍ਰੋਫੈਸਰ ਸਾਹਿਬ ਰੋਕਣਾ ਚਾਹੁੰਦੀ ਹਾਂ ਤੁਹਾਨੂੰ ਕਿ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਹੁਣ ਇੱਕ ਬੰਦਾ ਆ ਉਹ ਸੁਸਾਇਟੀ ਦੇ ਵਿੱਚ ਬੱਚਿਆਂ ਦਾ ਭਲਾ ਕਰਨਾ ਚਾਹੁੰਦਾ, ਖਾਸ ਕਰਕੇ ਉਸ ਵਰਗ ਦਾ ਜਿਹੜਾ ਸਕੂਲ ਜਾਣ ਬਾਰੇ ਸੋਚ ਵੀ ਨਹੀਂ ਸਕਦਾ, ਉਹਨੂੰ ਸਕੂਲ ਤੱਕ ਪਹੁੰਚਾਇਆ, ਹਰ ਸੁੱਖ ਸਹੂਲਤ ਤੱਕ ਤੁਸੀਂ ਪਹੁੰਚਾਤਾ, ਉਹਦੇ ਪੈਰਾਂ 'ਚ ਲਿਆ ਕੇ ਖੜੀ ਕਰਤੀ ਸੁੱਖ ਸਹੂਲਤ, ਆਪ ਨਾਲ ਖੜੇ ਹੋ ਗਏ। ਉਸ ਚੀਜ਼ ਦੇ ਉੱਤੇ ਅਸੀਂ ਇਹਨੂੰ ਧਰਮ ਨਾਲ ਨਹੀਂ ਜੋੜ ਰਹੇ, ਪਰ ਜਦ ਅਸੀਂ ਉਸ ਵਿਅਕਤੀ ਨੂੰ ਸਪੋਰਟ ਨਹੀਂ ਕਰਦੇ, ਅਸੀਂ ਉਹਦਾ ਜੋ ਉਹ ਟੀਚਾ ਜਾਂ ਜੋ ਉਹ ਸੋਚ ਲੈ ਕੇ ਚੱਲਿਆ ਅਸੀਂ ਉਹਨੂੰ ਸਪੋਰਟ ਨਹੀਂ ਕਰਦੇ, ਕਿਤੇ ਇਹੀ ਕਾਰਨ ਤਾਂ ਨਹੀਂ ਕਿ ਅਸੀਂ ਸਿੱਖਿਆ ਦੇ ਢਾਂਚੇ ਨੂੰ ਲੈ ਕੇ ਅੱਜ ਆਪਣੇ ਦੇਸ਼ ਦੇ ਵਿੱਚ ਜਾਂ ਆਪਣੇ ਸੂਬੇ ਦੇ ਵਿੱਚ ਇਸ ਥਾਂ ਤੇ ਖੜੇ ਹਾਂ? ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ। ਜਦੋਂ ਇਸ ਤਰ੍ਹਾਂ ਨਹੀਂ ਸਪੋਰਟ ਆਏਗੀ ਇਸ ਲੈਵਲ ਦੀ, ਇਸ ਪੱਧਰ ਤੇ ਕਿ ਇਹ ਇੱਕ ਬੰਦਾ ਕੰਮ ਕਰਦਾ, ਪਰ ਮੈਂ ਇਹੀ ਸੋਚਦੀ ਸੀ ਕਿ ਜਿਹੜਾ ਇਸ ਰਾਹ ਤੇ ਚੱਲਦਾ ਹੈ ਨਾ ਉਹਨੂੰ ਕਠਿਨਾਈਆਂ ਆਉਂਦੀਆਂ ਹੈ। ਤੁਸੀਂ ਦੇਖੋ ਸਾਡੇ ਇੰਨੇ ਗੁਰੂ ਹੋਏ,
ਕਿਹਦਾ ਜੀਵਨ ਸੌਖਾ ਸੀ? ਸਭ ਦੇ ਜੀਵਨ ਕੰਡਿਆਂ ਦੇ ਭਰੇ ਸੀ। ਕੋਈ ਤੱਤੀਆਂ ਤਵੀਆਂ ਤੇ ਚੜੇ ਤੇ ਕੋਈ ਰੇਤਾ ਪਾਈ ਗਈ ਤੇ ਕੋਈ ਕੁਝ ਹੋਇਆ। ਆਪੋਜੀਸ਼ਨ ਹਮੇਸ਼ਾ ਹੁੰਦੀ ਔਰ ਜਿੰਨਾ ਕੋਈ ਵਧੀਆ ਕੰਮ ਕਰਦਾ ਰਹੇ ਉਹਦੀ ਹੋਰ ਵੀ ਜ਼ਿਆਦਾ ਹੁੰਦੀ ਆ ਆਪੋਜੀਸ਼ਨ। ਮੁਸ਼ਕਿਲਾਂ ਆਉਂਦੀਆਂ ਨੇ ਜੀ। ਲੋਕਾਂ ਨੇ ਸਪੋਰਟ ਦੇਣ ਵਾਲੇ ਵੀ ਬਹੁਤ ਸੀ, ਬਟ ਕੁਝ ਲੋਕ ਹੀ ਹੁੰਦੇ ਆ ਜਿਹੜੇ ਤੁਹਾਡੇ ਰਸਤੇ 'ਚ ਅੜਿੱਕਾ ਬਣ ਜਾਂਦੇ ਆ ਤੇ ਫਿਰ ਤੁਹਾਨੂੰ ਮੁਸ਼ਕਿਲ ਹੁੰਦੀ। ਅੱਛਾ, ਫਿਰ ਤੁਸੀਂ ਜਦੋਂ ਗੱਲ ਕਰਦੇ ਹੋ ਕਿ ਤੁਸੀਂ ਉਹ ਫਿਰ ਉਸ ਸਕੂਲ ਦੇ ਵਿੱਚ ਸ਼ਿਫਟ ਹੋ ਗਏ। ਹਾਂਜੀ, ਫਿਰ ਮੈਨੂੰ ਉਹਨਾਂ ਨੇ ਡੀਓ ਸਾਹਿਬ ਨੇ ਕਿਹਾ ਕਿ ਤੁਸੀਂ ਰਾਮਪਾਲ ਸਿੰਘ ਜੀ ਡੀਓ, ਉਹਨਾਂ ਨੇ ਕਿਹਾ ਕਿ ਤੁਸੀਂ ਉਹ ਸਕੂਲ ਅਡਾਪਟ ਕਰ ਲਓ। ਅੱਛਾ, ਮੇਰੇ ਕੋਲ ਇਸ ਸਕੂਲ 'ਚ ਜੀ ਫ੍ਰਿਜ, ਸੀਸੀਟੀਵੀ ਕੈਮਰਾ, ਹਰ ਕਮਰੇ 'ਚ ਐਲਈਡੀ ਟੀਵੀਜ਼, ਮਿਊਜ਼ਿਕ ਸਿਸਟਮ, ਵਾਟਰ ਡਿਸਪੈਂਸਰ, ਏਸੀ, ਸਾਰਾ ਕੁਝ ਸਮਾਨ ਸੀ ਔਰ ਲੋਟਸ ਆਫ ਫਰਨੀਚਰ ਔਰ 7-8 ਤੇ ਅਲਮਾਰੀਆਂ ਹੀ ਹੋਣੀਆਂ। ਬਹੁਤ ਸਟੇਸ਼ਨਰੀ। ਇਹ ਡੋਨਰਸ ਵੱਲੋਂ ਦਿੱਤਾ ਗਿਆ ਸੀਗਾ ਕਿ ਪਹਿਲਾਂ ਅਵੇਲੇਬਲ ਸੀ ਉੱਥੇ? ਨਹੀਂ ਡੋਨਰਸ ਵੱਲੋਂ। ਅੱਛਾ, ਡੋਨਰਸ ਵੱਲੋਂ ਹੌਲੀ ਉਸ ਹੌਲੀ ਸਰਕਾਰੀ ਸਕੂਲ ਦੇ ਵਿੱਚ? ਹਾਂ, ਮੇਰੇ ਕੋਲ। ਫਿਰ ਜਦੋਂ ਮੇਰਾ ਸਕੂਲ ਉਧਰ ਮਰਜ ਹੋਇਆ, ਮੈਂ ਸਾਰਾ ਸਮਾਨ ਇੱਥੇ ਵਿੱਚ ਫੋਟੋ ਪਈਆਂ ਹੋਣੀਆਂ ਮੋਬਾਈਲ 'ਚ ਹੀ, ਸਾਰਾ ਸਮਾਨ ਦੇ ਦਿੱਤਾ। ਦਿਲ ਖੁਸ਼ੀਆ ਤੇ ਬਹੁਤ ਕਿ ਜਿਹੜਾ ਮੈਂ ਬੂਟਾ ਲਾਇਆ। ਅੱਛਾ, ਮੈਂ ਇੱਥੇ ਸਾਫ਼ ਕਰਨਾ ਚਾਹੁੰਦੀ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ 4 ਕਮਰੇ 'ਚ ਸਕੂਲ ਚਲਾ ਰਹੇ ਸੀ, ਜੋ ਵੀ ਸਮਾਨ ਤੁਹਾਨੂੰ ਤੇ ਡੋਨਰਸ ਵੱਲੋਂ ਦਿੱਤਾ ਗਿਆ ਸੀ, ਜੋ ਤੁਸੀਂ ਪਹਿਲਾਂ ਮੈਂਸ਼ਨ ਕੀਤਾ, ਸਾਰੇ ਦਾ ਸਾਰਾ ਸਮਾਨ ਤੁਸੀਂ ਉੱਥੇ ਐਜ਼ ਇਟ ਇਜ਼ ਛੱਡ ਕੇ ਆ ਗਏ? ਐਜ਼ ਇਟ ਇਜ਼ ਛੱਡ ਕੇ ਉਹਨਾਂ ਨੂੰ ਚੁਕਵਾਤਾ। ਉਹ ਚੱਕ ਕੇ 3-4 ਉਹ ਛੋਟੇ ਹਾਥੀ ਲੈ ਕੇ ਆਏ, ਭਰ ਕੇ ਸਾਰਾ ਸਮਾਨ ਹੋ ਲਿਆ। ਫਿਰ ਮੇਰਾ ਸਫ਼ਰ ਫਿਰ ਦੁਬਾਰਾ ਸ਼ੁਰੂ ਹੋਇਆ ਸਕੂਲ ਦੇ ਵਿੱਚ? ਸਫ਼ਰ ਫਿਰ ਉਹ ਸਕੂਲ ਦੀ ਹਾਲਤ ਇੰਨੀ ਮਾੜੀ ਸੀ। ਫਿਰ ਮੈਨੂੰ ਸੇਵਾ ਕਰਨ ਦਾ ਮੌਕਾ ਫਿਰ ਮਿਲਿਆ, ਈਸ਼ਵਰ ਨੇ ਬਖਸ਼ਿਸ਼ ਕੀਤੀ ਬਈ ਇੰਨੀ ਸਪੋਰਟ। ਉਸ ਸਕੂਲ ਦੇ ਵਿੱਚ ਛੱਤ ਹੀ ਨਹੀਂ ਸੀ ਪਹਿਲੇ ਠੀਕ, ਤੇ ਕਮਰੇ ਚੋਂਦੇ ਸੀ, ਕਮਰਿਆਂ 'ਚ ਪਲਸਤਰ ਵੀ ਨਹੀਂ ਸੀਗਾ, ਇੱਟਾਂ ਵੀ ਵਿੱਚੋਂ ਨਿਕਲੀਆਂ ਸੀ ਜਿੱਥੋਂ ਪੰਛੀ ਆ ਜਾਂਦੇ ਸੀ। ਸਭ ਤੋਂ ਪਹਿਲੇ ਛੱਤ ਠੀਕ ਹੋਈ, ਮੋਰ ਦੈਨ 1 ਲੱਖ ਲੱਗਾ। ਉਸ ਤੋਂ ਬਾਅਦ ਕਮਰਿਆਂ ਦੇ ਪਲਸਤਰ ਹੋਏ, ਫਿਰ ਪਲਸਤਰ ਹੋਏ ਤੇ ਪੇਂਟ ਵੀ ਚਾਹੀਦੇ ਸੀ। ਫਿਰ ਉਹ ਸਾਰਾ ਸਮਾਨ ਸਮਰਸੀਬਲ ਉੱਥੇ ਪੰਪ ਲਗਾਇਆ ਗਿਆ, ਨਵੇਂ ਪੱਖੇ ਹਰ ਰੂਮ 'ਚ, ਨੀਚੇ ਸਾਰੇ ਰੂਮ 'ਚ ਕਰਟਨਸ, ਅੰਦਰ ਬਾਹਰ ਬਰਾਮਦਿਆਂ 'ਚ ਆਫਿਸ 'ਚ ਨਵਾਂ ਫਰਨੀਚਰ, ਟਾਈਲਾਂ ਬਾਹਰ, ਇੰਟਰਲੌਕਿੰਗ ਟਾਈਲਾਂ ਤੇ ਪੌਦੇ ਲਗਾ ਕੇ ਉਹਨੂੰ ਬਹੁਤ, ਜਿੰਨੀ ਮੇਰੀ ਵਾਹ ਲੱਗ ਰਹੀ ਸੀ ਕਿ ਸਾਰੇ ਜਿਹੜੇ ਗਵਰਨਮੈਂਟ ਸਕੂਲਾਂ 'ਚ ਇਸ ਬਾਤ ਦੀ ਬੜੀ ਚਰਚਾ ਹੁੰਦੀ ਹੈ ਕਿ ਉਹ ਸਕੂਲ ਦੇ ਭਾਗ ਖੁੱਲ੍ਹ ਗਏ। ਉਹ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਕਿ ਕਿਸ ਤਰ੍ਹਾਂ ਉਹ ਸਕੂਲ ਜਿਹੜਾ ਸੀ ਮਿੱਟੀ ਦਾ ਖੰਡਰ ਸੀਗਾ ਔਰ ਉਹਦੀ ਹੋਈ। ਉਹ ਮੇਰੀ ਜ਼ਿੰਦਗੀ ਦਾ ਲੋਕਾਂ ਨੇ ਹੀ ਫੋਟੋ ਉੱਥੋਂ ਸਕੂਲ ਦੇ ਨੇ ਫੋਟੋ ਮੈਨੂੰ ਭੇਜੀਆਂ ਬਣਾ ਕੇ, ਟਰਾਂਸਫਾਰਮੇਸ਼ਨ ਉੱਪਰ ਪਹਿਲੇ ਕਿੱਦਾਂ ਸੀ ਹੁਣ ਕਿੱਦਾਂ ਸੀ, ਵੀਡੀਓ ਬਣਾ ਕੇ ਵੀ ਉਹਨਾਂ ਨੇ ਸਕੂਲ ਦੀ ਭੇਜੀ ਸਾਰੀ ਜਦੋਂ ਕੰਮ ਚੱਲ ਰਿਹਾ ਸੀ ਜੀ। ਬਸ ਉਹ ਮੈਨੂੰ ਬਹੁਤ ਖੁਸ਼ੀ ਦਿੰਦੀ। ਇੱਕ ਇਹ ਗੱਲ ਕਿ ਉਹ ਬੱਚੇ ਮੈਂ ਤੁਹਾਨੂੰ ਦਿਖਾਏ ਫੋਟੋਆਂ ਦੇ ਵਿੱਚ ਕਿ ਉਹ ਬੱਚੇ ਪਹਿਲੇ ਕਿੱਦਾਂ ਸੀ, ਕੂੜਾ ਉਠਾਉਂਦੇ ਕਰਦੇ ਸੀ, ਫਿਰ ਉਹ ਕਿੱਦਾਂ ਸਮਾਰਟ ਡਰੈਸ, ਰਿਬਨਸ, ਬੂਟ, ਸ਼ੂਜ਼, ਟਾਈ। ਅੱਛਾ, ਬੱਚੇ ਮਿਲਦੇ ਅੱਜ ਵੀ? ਬੱਚੇ ਮਿਲ ਜਾਂਦੇ ਆ। ਅੱਛਾ, ਬੱਚੇ ਕਈ ਵਾਰੀ ਜਿਹੜੇ ਆ ਇੱਧਰੋਂ ਨਿਕਲਦੇ ਹੋਏ ਆ ਜਾਂਦੇ ਆ, ਮੈਡਮ ਹमें ਪਿਆਸ ਲੱਗੀ ਹੈ, ਪਾਣੀ ਪੀਣਾ ਹੈ। ਤੇ ਕਦੀ ਮੈਂ ਉਹਨਾਂ ਨੂੰ ਕਿਹਾ ਹੋਇਆ ਕਿ ਕਦੇ ਵੀ ਤੁਹਾਨੂੰ ਜ਼ਿੰਦਗੀ 'ਚ ਕੋਈ ਜ਼ਰੂਰਤ ਹੋਵੇ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਉਹਨਾਂ 'ਚ ਕੁਝ ਬੱਚੇ ਜਿਨ੍ਹਾਂ ਦੀ 10ਵੀਂ ਹੋ ਗਈ ਉਹ ਕੰਮ ਵੀ ਲੱਗ ਗਏ। ਕੀ ਬਾਤ। ਇੱਕ ਦਿਨ ਬੱਚੇ ਆਏ ਸੀਗੇ ਕਿ ਮੈਡਮ ਮੈਂ 1000 'ਚ ਇੱਕ ਇੱਥੇ ਟਾਇਰ ਬਣਦੇ ਉਸ ਫੈਕਟਰੀ 'ਚ ਲੱਗਾ, ਉਹਦੇ ਨਾਲ ਹੀ ਮੁੰਡਾ ਇੱਕ ਹੋਰ ਸੀਗਾ ਔਰ ਉਹ ਕਹਿਣ ਲੱਗਾ ਕਿ ਮੈਨੂੰ 9 ਮਿਲਦੇ ਕਿਉਂਕਿ ਮੈਂ ਹਾਲੇ ਬਿਗਨਰ ਹਾਂ। ਸੋ ਬੱਚੇ ਉਹ ਬਹੁਤ ਸਾਰੀਆਂ ਬੱਚੀਆਂ 10ਵੀਂ 'ਚ ਪੜ੍ਹਦੀਆਂ, ਉਹਨਾਂ ਲਈ ਫਿਰ ਮੈਂ ਸਿਲਾਈ ਸਕੂਲ ਖੋਲ੍ਹਿਆ, ਉਹਨਾਂ ਦੇ ਪੇਰੈਂਟਸ ਲਈ ਉੱਥੇ ਹੀ ਪਿੰਡਾਂ ਮਰਾਸੀਆਂ ਦੇ ਘਰਾਂ 'ਚ ਮੈਂ ਅਡਲਟ ਐਜੂਕੇਸ਼ਨ ਦਾ ਵੀ ਸ਼ੁਰੂ ਕੀਤਾ, ਜਿਹਨੂੰ ਸਪੋਰਟ ਕੀਤਾ ਸੀਗਾ ਰੋਟਰੀ ਕਲੱਬ ਵੂਮਨ ਸੈਕਸ਼ਨ ਨੇ ਜੀ। ਉਹ ਚੱਲਿਆ, ਸਿਲਾਈ ਸਕੂਲ ਚੱਲੇ ਔਰ ਹੁਣ ਵੀ ਮੇਰੇ ਘਰ ਦੇ ਬਿਲਕੁਲ ਬੈਕ ਸਾਈਡ 'ਤੇ ਜਿਹੜਾ ਇੱਕ ਸਿਲਾਈ ਸਕੂਲ ਚੱਲ ਰਿਹਾ। ਮਸ਼ੀਨਾਂ ਉੱਥੇ ਮੇਰੇ ਕੋਲ 15 ਮਸ਼ੀਨਾਂ ਇਕੱਠੀਆਂ ਹੋ ਗਈਆਂ ਸੀ ਔਰ ਉਹ ਮੈਂ ਸਭ ਉਹਨਾਂ ਨੂੰ ਜਿਹੜੇ ਬੱਚੇ ਕੁਝ ਤੇ ਸક્ષਮ ਹੋ ਗਏ ਉਹਨਾਂ ਨੂੰ ਵੈਸੇ ਦੇਤੀਆਂ ਕਿ ਤੁਸੀਂ ਆਪਣਾ ਕੰਮ ਕਰ ਲਓ। ਬਸ ਕਰ ਰਹੇ ਆ ਬੱਚੇ, ਕੋਈ 10ਵੀਂ 'ਚ ਪੜ੍ਹ ਰਿਹਾ। ਔਰ ਮੈਂ ਇੱਕ ਗੱਲ ਇਹ ਦੱਸਣਾ ਚਾਹੁੰਦੀ ਹਾਂ ਕਿ ਵੀ ਇੰਨੇ ਟੈਲੈਂਟਡ ਬੱਚੇ, ਇੰਨੇ ਟੈਲੈਂਟਡ, ਇੰਨਾ ਕੁਝ ਬਣਾਉਂਦੇ ਸੀ, ਖੁਦ ਹੀ ਵਿੱਚ ਬਿਜਲੀਆਂ ਫਿੱਟ ਕਰ ਲੈਣੀਆਂ ਸੈੱਲ ਦੇ ਨਾਲ, ਔਰ ਕੋਈ ਉੱਪਰੋਂ ਪਾਣੀ ਆ ਰਿਹਾ ਝਰਨਾ ਬਣਾ ਰਹੇ ਹੈ। ਦੀਵਾਲੀ ਦੇ ਕੋਲ ਉਹਨਾਂ ਨੇ ਲਾਈਟਸ ਇਸ ਤਰੀਕੇ ਦੀਆਂ ਬਣਾਉਣੀਆਂ, ਦੀਏ ਇੰਨੇ ਸੋਹਣੇ ਪੇਂਟ ਕਰਨੇ। ਕਿਸੇ ਵੀ NGO ਨੇ ਆਉਣਾ ਦੀਵਾਲੀ ਦੇ ਕੋਲ, ਦੀਵਾਲੀ ਸੈਲੀਬ੍ਰੇਟ ਕਰਨਾ, ਉਹਨਾਂ ਨੇ ਦੀਏ ਖਰੀਦ ਕੇ ਲੈ ਜਾਣੇ ਉੱਦਾਂ ਟੋਕਰੀਆਂ ਦੀਆਂ ਟੋਕਰੀਆਂ। ਅੱਛਾ। ਔਰ ਇਤਨਾ ਕੁ ਟੈਲੈਂਟ ਬੱਚਿਆਂ 'ਚ, ਪੋਟੈਂਸ਼ੀਅਲ ਬੱਚਿਆਂ 'ਚ ਸੀ। ਉਹੀ ਮੈਂ ਕਹਿੰਦੀ ਕਿ ਮੌਕਾ ਦਿੱਤਾ ਜਾਏ ਤੇ ਮੇਰੇ ਖਿਆਲ ਸਾਡੇ ਆਪਣੇ ਬੱਚਿਆਂ ਤੋਂ ਵੱਧ ਉਹਨਾਂ 'ਚ
ਕਹਿ ਲੈ ਜੀ ਕਵਿਤਾ ਵਿੱਦ ਜੀ ਬਾਰੇ ਗੱਲ ਫਿਰ ਦੁਬਾਰਾ ਨਾਲ ਆ ਕੇ ਜੁੜਦੀ ਹੈ ਕਿ ਸਿਰਫ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਹੀ ਨਹੀਂ ਹੈ, ਉਹਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਤਾ। ਸਿਰਫ ਉਹਨਾਂ ਬੱਚਿਆਂ ਨੂੰ ਨਹੀਂ, ਉਹਨਾਂ ਦੇ ਮਾਪਿਆਂ ਨੂੰ ਵੀ ਰੁਜ਼ਗਾਰ ਦੇ ਸਮਰੱਥ ਬਣਾਤਾ ਤੇ ਸਫ਼ਰ ਅਜੇ ਵੀ ਜਾਰੀ ਹੈ। ਇਹਨਾਂ ਦੇ ਸਫ਼ਰ ਦੇ ਵਿੱਚ ਜਾਂਦੇ ਜਾਂਦੇ ਗੱਲ ਕਰਾਂਗੇ ਇੱਕ ਹੋਰ ਜਿਹੜੀ ਚੀਜ਼ ਜੁੜੀ ਹੋਈ ਹੈ, ਉਹ ਹੈ ਕਿ ਕੁਝ ਸਪੈਸ਼ਲ ਬੱਚੇ ਨੇ ਖਾਸ ਜਿਨ੍ਹਾਂ ਨੂੰ ਬਣਾ ਕੇ ਪ੍ਰਮਾਤਮਾ ਨੇ ਭੇਜਿਆ ਹੁੰਦਾ, ਜਿਹਨਾਂ ਨੂੰ ਮੈਂਟਲੀ ਜਾਂ ਫਿਜ਼ੀਕਲੀ ਡਿਸੇਬਲ ਜਾਂ ਚੈਲੰਜਡ ਵੀ ਅਸੀਂ ਕਹਿ ਦਿੰਦੇ ਹਾਂ, ਉਹਨਾਂ ਦੇ ਲਈ ਵੀ ਖਾਸ ਤੌਰ ਤੇ ਕਵਿਤਾ ਜੀ ਕੰਮ ਕਰ ਰਹੇ ਨੇ। ਸੋ ਉਹਦੇ ਬਾਰੇ ਕਵਿਤਾ ਜੀ ਜ਼ਰੂਰ ਆਪਾਂ ਗੱਲ ਕਰੀਏ। ਪਹਿਲੇ ਮੈਂ ਇਹ ਦੱਸਾਂ ਕਿ ਇਸ ਗਵਰਨਮੈਂਟ ਸਕੂਲ ਦੇ ਨਾਲ ਜੁੜੇ ਹੋਏ ਕੁਝ ਹੋਰ ਵੀ ਗਵਰਨਮੈਂਟ ਸਕੂਲ ਨੇ। ਗਵਰਨਮੈਂਟ ਸਕੂਲ ਬਸਤੀ ਸ਼ੇਖ, ਗਵਰਨਮੈਂਟ ਸਕੂਲ ਬਸਤੀ ਗੁਜਾਂ, ਗਵਰਨਮੈਂਟ ਸਕੂਲ ਬਸਤੀ ਬਾਵਾ ਖੇਲ, ਗਵਰਨਮੈਂਟ ਸਕੂਲ ਖੁਸਰੋਪੁਰ, ਗਵਰਨਮੈਂਟ ਸਕੂਲ ਲੋਹਾਰਾਂ। ਇਹ ਕੁਝ ਸਕੂਲ ਨੇ ਜਿਨ੍ਹਾਂ ਦੇ ਵਿੱਚ ਮੈਂ ਅਕਸਰ ਹੀ ਜਾਂਦੀ ਹਾਂ ਔਰ ਛੋਟੀਆਂ। ਅੱਜ ਵੀ ਮੈਨੂੰ ਸਵੇਰੇ ਫੋਨ ਆਇਆ ਹੈ, ਪਿਛਲੇ ਹਫਤੇ ਉਹਨਾਂ ਨੂੰ ਕਿਸੇ ਦੇ ਕੋਲੋਂ ਬਸਤੀ ਗੁਜਾਂ 'ਚੋਂ ਦਿਵਾਇਆ ਇਨਵਰਟਰ, NGO ਕੋਲੋਂ ਇਨਵਰਟਰ ਬੈਟਰੀ। ਮੈਂ ਵੀ ਉਹਨਾਂ ਨੂੰ ਦੇ ਆਈ 11,000 ਰੁਪਇਆ ਕਿ ਉਹਨਾਂ ਦਾ ਕੋਈ ਬਾਲਾਜੀ ਵਰਕ ਰਹਿੰਦਾ ਸੀ। ਫਿਰ ਉਹਨਾਂ ਦੇ ਕਮਰੇ 'ਚ ਤਰੇੜ ਆਈ ਹੋਈ ਸੀ। ਮੈਂ ਅੱਜ ਉਹਨਾਂ ਦਾ ਫੋਨ ਆਇਆ, ਮੈਂ ਤੁਸੀਂ ਕਰਵਾਓ ਕੰਮ, ਟੋਟਲ ਖਰਚਾ ਕਹਿੰਦੇ ਇੱਦਾਂ ਆਉਣਾ ਹੈ 10,000 ਤਰੇੜਾਂ ਹੀ ਹੈ। ਮੈਂ ਕਰਵਾ ਲਓ, ਕੋਈ ਨਹੀਂ, ਮੇਰੇ ਵੱਲੋਂ ਚਲੇਗਾ। ਉਧਰ ਕੂਲਰ ਫ੍ਰੀ ਪਏ ਸੀਗੇ, 4 ਮੇਰੇ ਕੋਲ 3 ਕੂਲਰ ਸੀ, AC ਸੀ। ਉਹ ਮੈਂ ਕਿਹਾ ਤੁਹਾਡੇ ਸਟੋਰ 'ਚ ਸੁੱਟੇ ਆ, ਉਧਰ 2 ਕੂਲਰ ਭਜਵਾਏ। ਬਸਤੀ ਸ਼ੇਖ ਸਕੂਲ ਦੇ ਵਿੱਚ ਮੇਰੀਆਂ ਫਰੈਂਡਸ ਵੀ ਨਾਲ ਗਈਆਂ ਸੀ। ਅਸੀਂ ਊਸ਼ਾ ਦਾ ਪਾਣੀ ਦਾ ਕੂਲਰ ਲਗਾ ਕੇ ਦਿੱਤਾ। 7-8 LEDਆਂ ਦਿੱਤੀਆਂ ਹਰ ਕਮਰੇ 'ਚ LED। ਮੇਰੇ ਇੱਧਰ ਗਵਰਨਮੈਂਟ ਸਕੂਲ ਵੀ ਜਿਹੜਾ ਬਸਤੀ ਮਿੱਠੂ, ਉਹਦੇ 'ਚ ਵੀ LEDਆਂ 7 LEDਆਂ ਉੱਥੇ ਵੀ ਮੈਂ ਦਿੱਤੀਆਂ। ਔਰ ਖੁਸਰੋਪੁਰ ਗਏ, ਉੱਥੇ ਵੀ LED ਔਰ ਹੋਰ ਉਹਨਾਂ ਨੂੰ ਜੋ ਵੀ ਜ਼ਰੂਰਤਾਂ ਸੀ। ਲੋਹਾਰਾਂ 'ਚ ਵੀ ਉਹਨਾਂ ਨੂੰ ਪ੍ਰਿੰਟਰ ਚਾਹੀਦਾ ਸੀ, LED ਦਿੱਤੀ। ਹੋਰ ਵੀ ਪੈਸੇ ਵੀ 11,000 ਮੈਂ ਫਿਕਸ ਕੀਤਾ ਕਿ ਜਿੱਥੇ ਜਾਓ ਇਹਨਾਂ ਦਾ ਦੇ ਹੀ ਦਿਓ, ਕੋਈ ਚੀਜ਼ ਆਪਣੀ ਉਹ ਬਣਾ ਲੈਣਗੇ। ਹੁਣ ਇਹ ਬਸਤੀ ਬਾਬਾ ਖੇਲ ਸਕੂਲ 'ਚ 10 ਕੰਪਿਊਟਰ ਟੇਬਲ ਚਾਹੀਦੇ ਸੀ, ਉਹ ਉਹਨਾਂ ਨੂੰ ਲੈ ਦਿੱਤੇ ਆ। ਸੋ ਰੋਜ਼ ਸਵੇਰੇ ਕਿਸੇ ਨਾ ਕਿਸੇ ਸਕੂਲ ਦਾ ਫੋਨ ਆਉਂਦਾ, ਸਾਨੂੰ ਇਹ ਚਾਹੀਦਾ। ਅੱਛਾ, ਇਨ ਬਿਟਵੀਨ ਜਦੋਂ ਮੇਰਾ ਆਪਣਾ ਪਰਸਨਲ ਸਕੂਲ ਇੱਧਰ ਸ਼ਿਫਟ ਹੋ ਗਿਆ ਤੇ ਮੇਰਾ ਫੋਕਸ ਵਧਣਾ ਸ਼ੁਰੂ ਹੋ ਗਿਆ, ਦਾਇਰਾ ਵਧਣਾ ਸ਼ੁਰੂ ਹੋ ਗਿਆ। ਪਹਿਲੇ ਤਾਂ ਮੈਂ ਆਪਣੇ ਹੀ ਸਕੂਲ ਤੇ ਫੋਕਸ ਸੀ। ਹੁਣ ਅਰਬਨ ਏਸਟੇਟ ਵਿੱਚ ਇੱਕ ਸਕੂਲ ਹੈ, ਮਦਰਸ ਕੇਅਰ ਸਪੈਸ਼ਲ ਚਿਲਡਰਨ ਸਕੂਲ ਐਂਡ ਥੈਰੇਪੀ ਸੈਂਟਰ। ਉਹ ਉੱਥੇ ਐਡਵੋਕੇਟ ਪੁਸ਼ਪਾ ਤਿਵਾੜੀ ਜੀ ਚਲਾ ਰਹੇ ਆ 11 ਸਾਲਾਂ ਤੋਂ। ਅੱਛਾ, ਮੈਂ ਉਹਨਾਂ ਦੇ ਸਕੂਲ, ਮੈਨੂੰ ਕੋਈ ਲੈ ਕੇ ਗਿਆ, ਮੈਂ ਦੇਖਿਆ, ਮੈਨੂੰ ਬਹੁਤ ਇਮੋਸ਼ਨਲ ਹੋਈ। ਮੈਂ ਕਿਹਾ ਅਸੀਂ ਲੋਕ ਬਲੈਸਡ ਹੈ, ਨਾਰਮਲ ਹੈ, ਫਿਰ ਵੀ ਰੋਂਦੇ ਰਹੀਦਾ। ਇਹ ਬੱਚੇ ਦੇਖੋ, ਬਹੁਤ ਸਾਰਿਆਂ ਨੂੰ ਐਪੀਲੈਪਸੀ ਹੈ, ਆਟਿਸਟ ਬੱਚੇ ਹੈ, ਆਟਿਜ਼ਮ ਦੀ ਪ੍ਰੋਬਲਮ, ਬੜੀਆਂ ਪ੍ਰੋਬਲਮਸ ਨੇ, ਚੱਲ ਨਹੀਂ ਸਕਦੇ, ਬੋਲ ਨਹੀਂ ਪਾਉਂਦੇ। ਔਰ ਨਵਜੋਤ ਜੀ, ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਇੰਨੀ ਖੁਸ਼ੀ ਹੁੰਦੀ। ਮੈਨੂੰ ਉੱਥੇ ਜੁੜੇ ਮੋਰ ਦੈਨ 2.5 ਸਾਲ ਹੋ ਗਏ ਆ। ਅੱਛਾ, ਕਰੋਨਾ 'ਚੋਂ ਸਕੂਲ ਬੰਦ ਹੋਣ ਵਾਲਾ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਨਹੀਂ, ਬੰਦ ਨਹੀਂ ਕਰਨਾ ਹੈ। ਉਹਨਾਂ ਦਾ ਕਿਰਾਇਆ 90,000 ਜਮ੍ਹਾਂ ਹੋ ਗਿਆ। ਮੈਂ 1 ਲੱਖ ਫਟਾਫਟ ਬੱਚਿਆਂ ਕੋਲ ਮੰਗਾ ਕੇ ਇੱਧਰੋਂ ਉੱਧਰੋਂ 1 ਲੱਖ ਉਹਨਾਂ ਨੂੰ ਦਿੱਤਾ, ਲੋ ਕਿਰਾਇਆ, ਐਡਵਾਂਸ ਵੀ 1 ਮਹੀਨੇ ਦਾ ਦੇ ਦਿਓ, ਸਕੂਲ ਨਹੀਂ ਬੰਦ ਹੋਏਗਾ। ਚਲੋ, ਸਕੂਲ ਤਾਂ ਵੈਸੇ ਫਿਰ ਬੰਦ ਹੀ ਸੀ, ਬਟ ਕਿਰਾਏ ਦੀ ਛੱਤ ਬਣੀ ਰਹੀ ਸਾਡੀ। ਹੁਣ ਉਹ ਸਕੂਲ ਦੇ ਬੱਚਿਆਂ ਲਈ ਬਹੁਤ ਕੁਝ ਕਰਨ ਨੂੰ ਜੀ ਕਰਦਾ ਕਿ ਇਹ ਬੱਚਿਆਂ ਨੇ ਬੋਲਣਾ ਨਹੀਂ ਹੈ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਸ ਸਕੂਲ 'ਚ ਮੈਂ ਤੁਹਾਨੂੰ ਲੈ ਕੇ ਜਾਵਾਂਗੀ। ਉਹਨਾਂ ਨੂੰ, ਮੈਨੂੰ ਲੱਗਦਾ ਮੇਰਾ ਕੁਝ ਨਹੀਂ, ਉਹਨਾਂ ਦਾ ਬਹੁਤ ਕੰਮ ਹੈ। ਸਪੈਸ਼ਲ ਬੱਚਿਆਂ ਨਾਲ ਡੀਲ ਕਰਨਾ ਬਹੁਤ ਮੁਸ਼ਕਿਲ। ਔਰ ਜਿੰਨਾ ਹੱਸ ਕੇ ਔਰ ਕਰ ਰਹੇ ਹੈ, ਜਿਹੜੇ ਬੱਚੇ ਨਹੀਂ ਸੀ ਚੱਲਦੇ ਉਹ ਚੱਲਣ ਲੱਗ ਪਏ ਹੈ, ਜਿਹੜੇ ਬੋਲਦੇ ਨਹੀਂ ਸੀ ਉਹ ਪੋਇਮ ਸੁਣਾਉਣਗੇ ਔਰ ਬੋਲਣਗੇ ਅੱਛੀ ਤਰ੍ਹਾਂ। ਕਿੰਨੀ ਵੱਡੀ ਖੁਸ਼ੀ ਦੀ ਗੱਲ ਹੈ। ਤੇ ਉੱਥੇ ਮੈਂ ਹੁਣ ਉਹਨਾਂ ਨੂੰ ਸਪੈਸ਼ਲ ਬੱਚੇ ਉਹ ਜਿਹੜੇ ਆਉਂਦੇ ਸੀ, ਆਟੋ 'ਚ ਆਉਂਦੇ ਸੀ, ਕਈ ਵਾਰੀ ਰਸਤੇ 'ਚ ਫਿਟਸ ਪੈ ਜਾਂਦੇ ਉਹਨਾਂ ਨੂੰ, ਬੜੀ ਮੁਸ਼ਕਿਲ ਹੋਣੀ। ਮੈਂ ਉੱਥੇ ਉਹਨਾਂ ਨੂੰ ਵੈਨ ਲੈ ਕੇ ਦਿੱਤੀ 8.5 ਲੱਖ ਦੀ, ਸ਼ੋਰੂਮ ਤੋਂ, ਮਹਿੰਦਰਾ ਦੀ AC ਵੈਨ। ਬੱਚੇ ਕੰਫਰਟੇਬਲੀ ਆਉਂਦੇ ਹੈ, ਜਾਂਦੇ ਹੈ। ਉੱਥੇ ਵੀ वाटर डिस्पेंसर, ये कोरोना में ये जो है डिस्पेंसर फॉर हैंड वॉश, AC, मैट्रेस, गीज़र, जो उन्होंने चाहिए सी सब। ਹੁਣ ਉੱਥੇ ਬੜੇ ਖਰਚੇ ਨੇ। ਉਹ ਬੱਚੇ ਦੇਖੋ, ਉਹ ਲੇਡੀ ਦੇਖੋ ਕਿ ਬੱਚਿਆਂ ਨੂੰ ਇਹ ਸક્ષਮ ਇੰਡੀਪੈਂਡੈਂਟ ਬਣਾਉਣ ਦੇ ਨਾਲ ਨਾਲ ਓਪਨ ਸਕੂਲ 'ਚ ਪੇਪਰ ਵੀ ਦਿਵਾਉਂਦੇ। ਅੱਛਾ। ਔਰ ਕੱਲ੍ਹ ਪਰਸੋਂ ਸਾਨੂੰ ਪ੍ਰੋਬਲਮ ਆਈ ਕਿ ਉੱਥੇ ਬੱਚਿਆਂ ਲਈ 75,000 ਰੁਪਇਆ ਚਾਹੀਦਾ 16 ਬੱਚਿਆਂ ਦੀ ਐਡਮਿਸ਼ਨ ਲਈ, ਕਿਉਂਕਿ 4,500 ਇੱਕ ਬੱਚੇ ਦਾ ਖਰਚਾ ਹੈ ਐਡਮਿਸ਼ਨ ਫਾਰਮ ਦਾ ਓਪਨ ਸਕੂਲ 'ਚ। ਮੈਂ ਆਪਣੇ ਮੇਰੇ ਰਿਸੋਰਸਿਸ ਲੰਡਨ 'ਚ ਹੈਗੇ, ਫੋਨ ਕੀਤਾ ਉਹਨਾਂ ਨੇ, ਵਿਦਨ 2 ਆਵਰਸ 50,000 ਇਮੀਡੀਏਟਲੀ ਜਮ੍ਹਾਂ ਕਰਾ। ਹੁਣ ਇੱਥੇ ਵੀ ਮੈਂ ਲੋਕਾਂ ਨੂੰ ਰਿਕੁਐਸਟ ਕੀਤੀ ਹੋਈ ਹੈ, ਬਾਕੀ ਜਿਹੜਾ 25,000 ਚਾਹੀਦਾ ਉਹ ਵੀ ਆ ਜਾਏਗਾ, ਨਹੀਂ ਤੇ ਫਿਰ
ਮੈਨੂੰ ਈਸ਼ਵਰ ਦੇਗਾ ਸਮਰਾਟ ਦੇ ਕਵਿਤਾ ਜੀ, ਜਦੋਂ ਹੁਣ ਆਪਾਂ ਜਾਂਦੇ ਜਾਂਦੇ ਗੱਲ ਕਰਾਂਗੇ ਲੋਕਾਂ ਦੀ, ਕਿ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ, ਜਾਂ ਜਿਹੜਾ ਵੀ ਸੈਗਮੈਂਟ ਸੁਸਾਇਟੀ ਦਾ ਹਰ ਬੰਦਾ, ਅਸੀਂ ਤੁਸੀਂ ਜਿੰਨੇ ਵੀ ਲੋਕ ਇੱਥੇ ਰਹਿੰਦੇ ਆ, ਕਿ ਸੁਸਾਇਟੀ 'ਚ ਸਮਾਜ ਦੇ ਵਿੱਚ ਰਹਿਣ ਦਾ, ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਦੇਖੋ ਜੀ, ਮੈਨੂੰ ਲੱਗਦਾ ਹੈ, ਅੱਜ ਹੀ ਮੈਂ ਸਵੇਰੇ ਇੱਕ ਥਾਟ ਪੜਿਆ ਸੀ ਕਿ ਬਾतें ਕਮ ਕਰੇ, ਵੈਸੇ ਮੈਂ ਬਹੁਤ ਕਰ ਲਈਆਂ ਨੇ ਕਿ ਗੱਲਾਂ ਘੱਟ ਕਰੀਏ ਤੇ ਕੰਮ ਜ਼ਿਆਦਾ ਕਰੀਏ। ਮੈਨੂੰ ਆਪਣੇ ਫਾਦਰ ਦੇ ਬਹੁਤ ਸ਼ਬਦ ਯਾਦ ਆਉਂਦੇ। ਉਹ ਕਹਿੰਦੇ ਸੀ, ਅਸੀਂ ਸਿਰਫ ਇੱਥੇ ਸੰਸਾਰ 'ਚ ਖਾਣ ਪੀਣ ਨਹੀਂ ਆਏ, ਖਾ ਲਿਆ ਪੀ ਲਿਆ ਤੇ ਬਸ ਟਾਇਲਟ ਗਏ, ਇਸ ਕਰਕੇ ਨਹੀਂ ਆਏ, ਅਸੀਂ ਕੁਝ ਕਰਨ ਆਏ। ਉਹਨਾਂ ਨੇ ਆਪ ਬਹੁਤ ਕੀਤਾ, ਮੇਰੇ ਪੇਰੈਂਟਸ ਨੇ ਬਹੁਤ ਕੁਝ ਕੀਤਾ, ਉਹਨਾਂ ਦਾ ਹੀ ਆਸ਼ੀਰਵਾਦ ਹੈ ਕਿ ਔਰ ਈਸ਼ਵਰ ਦੀ ਬਖਸ਼ਿਸ਼ है। और मैं कहनी है कि अपने लिए जिए तो क्या जिए, दिल तो जी ज़माने के लिए, कोई दूसरे के लिए कुछ करके देखो। किसी को नहीं ऊपर गिराने में तो सारे शेर होते हैं, किसी ਨੂੰ उठा के तो वेखो कितना मज़ा आਉਂਦਾ, किन्नी उस दिन आत्मा ਨੂੰ ਸਕੂਨ ਮਿਲਦਾ, ਰਾਹਤ ਮਿਲਦੀ ਹੈ ਕਿ ਮੈਂ ਕੁਝ ਕੀਤਾ। ਤੇ ਸਾਰੇ ਆਪਣੇ ਸਮੇਂ ਚੋਂ ਕੱਢ ਕੇ ਆਪਣੇ ਆਸ ਪੜੋਸ 'ਚ ਹੱਥ ਮਾਰੋ, ਕਿਸੇ ਦੀ ਵੀ ਥੋੜੀ ਬਹੁਤ ਵੀ ਮਦਦ ਕਰੋਗੇ ਤਾਂ ਮੈਨੂੰ ਲੱਗਦਾ ਹੈ ਕਿ ਸਮਾਜ ਦੀ ਕਾਫੀ ਰੂਪਰੇਖਾ ਬਦਲ ਜਾਏਗੀ। ਜੇ ਅਸੀਂ ਸਰਕਾਰ ਨੂੰ ਕੋਸਦੇ ਰਹੇ, ਲੋਕਾਂ ਨੂੰ ਕੋਸਦੇ ਰਹੇ तो कुछ नहीं होना। अपने हिस्से का एक छोटा सा दिया जलाएं, रोशनी करें, सब करें, मिल के करें। ईश्वर ने हमें बहुत नवाजा है। मैं तो रात को जब सोती हूँ, सर्दियों में भी गर्मियों में भी, हम सोचते हैं हम एसी में बैठे तड़पी जा रहे हैं, बड़ा पारा है। सर्दियों में भी हम खूबसूरत अपने ਬਲੈਂਕਟ 'ਚ ਲੇਟ ਕੇ ਵੀ ਮੈਂ ਝੁੱਗੀ ਚੌਂਪੜੀਆਂ ਦਾ ਸੋਚਦੀ ਕਿ ਉਹ ਬੱਚੇ ਕਿੱਦਾਂ ਕੀ। ਰੋਜ਼ ਸੌਣ ਤੋਂ ਪਹਿਲੇ ਵੀ ਮੇਰੀ ਅੱਖ 'ਚ ਆਂਸੂ ਹੁੰਦਾ। ਮੈਂ ਕਹਿੰਦੀ ਈਸ਼ਵਰ ਵਾਹਿਗੁਰੂ ਚਲੋ ਉਹਨਾਂ ਨੂੰ ਸਟਰੋਂਗ ਬਣਾਈ। ਔਰ ਜੋ ਕੁਝ ਅਸੀਂ ਕਰ ਸਕਦੇ ਹਾਂ, ਕਦੀ ਕੰਬਲ ਵੰਡ ਆਈਦੇ ਆ, ਚੱਪਲਾਂ ਵੰਡ ਆਈਦੀਆਂ, ਕਦੀ ਰਾਸ਼ਨ ਵੰਡ ਆਈਦਾ, ਕੁਛ ਨਾ ਕੁਛ ਜੋ ਵੀ ਹੁੰਦਾ ਲੈ ਕੇ ਮੈਂ ਆਪਣੇ ਫਰੈਂਡਸ ਨੂੰ ਜਾਂਦੀ ਹਾਂ। ਸਰਦੀਆਂ 'ਚ ਜੁਰਾਬਾਂ, ਟੋਪੀਆਂ, ਸਵੈਟਰ, ਸ਼ਾਲ, ਇਹ वो जितना कुछ हो सकता ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। तो मैं यही ਕਹਾਂਗੀ सारे मिल के करो। वो कहते हैं उठ खड़े हो जाओ तकमीले इबादत के लिए, आओ एक मूरत बनाएं आदमियत के लिए, आओ एक सूरत निकालें जिसके अंदर जान हो, आदमियत दीन हो, इंसानियत ईमान हो। और मेरा जहाँ तक है अंतिम सांस तक, आई ऑलवेज एंड विद द वर्ड्स, वुड्स आर लवली डार्क एंड डीप, but I have promises to keep, and miles to go before I sleep, and miles to go before I sleep.